ਸਰ ਐਕਚੁਅਲ ਦੇ ਵਿੱਚ ਇੱਕ ਇਹ ਪੁੱਛਣਾ ਸੀਗਾ ਵੀ ਜਿਹੜੀ ਨੈਟਵਰਕ ਮਾਰਕੀਟਿੰਗ ਹੈ ਜੀ ਐਕਚੁਅਲ ਚ ਹੈ ਕੀ ਜੀ? ਦੇਖੋ ਬੇਸਿਕਲੀ ਨੈਟਵਰਕ ਮਾਰਕੀਟਿੰਗ ਦਾ ਕਨਸੈਪਟ ਕੀ ਹੈ। ਇਹਦੇ ਵਿੱਚ ਡਾਇਰੈਕਟ ਫੈਕਟਰੀ ਟੂ ਕੰਜ਼ੂਮਰ ਨੂੰ ਜੋੜਿਆ ਜਾਂਦਾ ਹੈ। ਔਰ ਜਿਹੜੇ ਰਿਟੇਲਰ ਹੋਲਸੇਲਰ ਡਿਸਟ੍ਰੀਬਿਊਟਰਸ ਹੈ ਜਾਂ ਜੋ ਐਡ ਮੀਡੀਆ ਹੈ ਐਡਵਰਟੀਜ਼ਮੈਂਟ ਦੇ ਉੱਪਰ ਬਹੁਤ ਸਾਰਾ ਪੈਸਾ ਖਰਚ ਕੀਤਾ ਜਾਂਦਾ ਹੈ, ਉਹ ਪੈਸਾ ਜਿਹੜਾ ਬਚਾ ਕੇ ਹੈ ਅਸੀਂ ਲੋਕਾਂ ਨੂੰ ਰੋਜ਼ਗਾਰ ਦੇ ਰੂਪ ਦੇ ਵਿੱਚ ਅਸੀਂ ਐਜ਼ ਏ ਇਨਸੈਂਟਿਵ ਦੇ ਦਿੰਦੇ ਹੈਗੇ ਹਾਂ। ਠੀਕ ਹੈ। ਤੇ ਇੱਕ ਸਰ ਲੋਕ ਭਜਦੇ ਬੜਾ ਹੈ ਜੀ ਜਦੋਂ ਗੱਲ ਆਉਂਦੀ ਹੈ ਨਾ ਵੀ ਨੈਟਵਰਕ ਮਾਰਕੀਟਿੰਗ ਦੀ, ਉਹਦਾ ਕੀ ਕਾਰਨ ਹੈ ਤੇ ਇਹਦੇ ਚ ਕੀ ਸੰਭਾਵਨਾਵਾਂ ਹੈਗੀਆਂ ਸਰ ਰੁਜ਼ਗਾਰ ਦੀਆਂ? ਦੇਖੋ ਪਹਿਲੀ ਚੀਜ਼ ਹੈ ਕਿ ਭੱਜਦੇ ਕਿਉਂ ਹੈ, ਕਿਉਂਕਿ ਉਹ ਵਿਚਾਰੇ ਉਹ ਗਲਤ ਨਹੀਂ ਹੈਗੇ, ਕਿਉਂਕਿ ਉਹ ਦੁੱਧ ਦੇ ਜਲੇ ਹੋਏ ਤੇ ਛਾਛ ਨੂੰ ਵੀ ਫੂਕ ਮਾਰੀ ਜਾਂਦੇ ਹੈ ਨਾ। ਤੁਸੀਂ ਅਗਰ ਇਹਦੀ ਸਟੱਡੀ ਕਰੋਗੇ ਸਾਡੀ ਇੰਡਸਟਰੀ ਦੀ, ਤਾਂ USA ਅਮਰੀਕਾ ਦੀ ਜਿਹੜੀ ਸਭ ਤੋਂ ਮਜ਼ਬੂਤ ਸਤੰਭ ਹੈ ਅਰਥ ਵਿਵਸਥਾ ਦਾ, ਉਹ ਨੈਟਵਰਕ ਮਾਰਕੀਟਿੰਗ ਹੈ। ਲੇਕਿਨ ਇੰਡੀਆ ਦੇ ਵਿੱਚ ਹਜੇ ਵੀ ਇਸ ਨੂੰ ਥੋੜਾ ਜਿਹਾ ਇੱਕ ਡਰ ਦੇ ਰੂਪ 'ਚ ਦੇਖਿਆ ਜਾਂਦਾ ਹੈ। ਕਾਰਨ ਕੀ ਹੈ ਕਿ ਇੰਡੀਆ 'ਚ ਹਜੇ ਕੋਈ ਲਾਅ ਨਹੀਂ ਬਣਿਆ, ਬਿੱਲ ਨਹੀਂ ਪਾਸ ਹੋਇਆ ਹੈ ਨਾ। गाइडलाइंस आ चुकी हैं, गवर्नमेंट ने गाइडलाइंस देती हैं कि जी कंपनी इस गाइडलाइंस से चलेगी और सही है, दूसरी कंपनी गलत है। सो इस दौरान बहुत सारिया कंपनियां गलत भी आ रही हैं। आजकल इन्वेस्टमेंट कंपनियां क्रिप्टो के नाम के उत्ते बहुत सारी कंपनियां फ्रॉड कर रही हैं। सो लोग रातों रात अमीर होने के चक्कर ਦੇ ਵਿੱਚ फ्रॉड कंपनियां ਦੇ ਵਿੱਚ ਚਲੇ ਜਾਂਦੇ ਨੇ, ਗਲਤ ਕੰਪਨੀਆਂ 'ਚ ਚਲੇ ਜਾਂਦੇ ਨੇ, ਔਰ ਉਹਨਾਂ ਨੂੰ ਲੱਗਦਾ ਕਿ ਜਿਹੜੀ ਸਹੀ ਕੰਪਨੀਆਂ ਨੇ ਉਹ ਵੀ ਬਾਅਦ ਵਿੱਚ ਉਹਨਾਂ ਨੂੰ ਲੱਗਦਾ ਕਿ ਇਹ ਗਲਤ ਕੰਪਨੀਆਂ ਨੇ। ਸੋ ਜਿਹੜੀ ਗਲਤ ਕੰਪਨੀਆਂ ਦੇ ਕਰਕੇ ਇਸ ਇੰਡਸਟਰੀ ਨੂੰ ਥੋੜਾ ਜਿਹਾ ਬਦਨਾਮੀ ਝੇਲਣੀ ਪੈਂਦੀ ਹੈ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਿੱਲ ਪਾਸ ਹੋ ਜਾਏਗਾ ਤਾਂ ਚੀਜ਼ਾਂ ਉਹ ਠੀਕ ਹੋ ਜਾਣਗੀਆਂ। ਸੋ ਮੈਂ ਅਪੀਲ ਕਰਦਾ ਕਿ ਜਦੋਂ ਤੁਸੀਂ ਡਾਇਰੈਕਟ ਸੈਲਿੰਗ ਇੰਡਸਟਰੀ ਨੂੰ ਕਿਸੇ ਵੀ ਕੰਪਨੀ ਨੂੰ ਜੁਆਇਨ ਕਰਨਾ ਹੈ ਤਾਂ ਪਹਿਲਾਂ ਗਵਰਨਮੈਂਟ ਦੀ ਗਾਈਡਲਾਈਨਸ ਨੂੰ ਚੈੱਕ ਕਰੋ ਕਿ ਕਿਆ ਉਹ ਗਾਈਡਲਾਈਨਸ ਦੇ ਅਕੋਰਡਿੰਗ ਔਰ ਰੂਲਸ ਦੇ ਅਕੋਰਡਿੰਗ ਕੋਈ ਕੰਪਨੀ ਫੋਲੋ ਕਰ ਰਹੀ ਹੈ ਉਸ ਨੂੰ ਰੂਲਸ ਨੂੰ, ਤਾਂ ਹੀ ਉਸ ਕੰਪਨੀ ਨੂੰ ਜੁਆਇਨ ਕਰੋ। ਠੀਕ ਹੈ। ਤੇ ਸਰ ਇਹਦੇ ਚ ਰੁਜ਼ਗਾਰ ਦੀਆਂ ਜਿਹੜੀਆਂ ਸੰਭਾਵਨਾਵਾਂ ਦੀ ਗੱਲ ਕਰੀਏ, ਕੀ ਸੰਭਾਵਨਾਵਾਂ ਹੈਗੀਆਂ ਸਰ ਇਸ ਮਾਰਕੀਟ ਵਿੱਚ? ਦੇਖੋ ਮੇਰੇ ਹਿਸਾਬ ਨਾਲ ਅਗਰ ਮੇਰੀ ਤੁਸੀਂ ਪਰਸਨਲ ਰਾਏ ਸਮਝੋ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਡਾਇਰੈਕਟ ਸੈਲਿੰਗ ਇੰਡਸਟਰੀ ਦਾ ਹੀ ਹੈ। ਰੀਜ਼ਨ ਬਿਹਾਈਂਡ ਅੱਜ ਆਪਣੇ ਦੇਸ਼ ਦੀ ਜਿਹੜੀ ਪੋਪੂਲੇਸ਼ਨ ਹੈ ਉਹ 140 ਕਰੋੜ ਤੋਂ ਉੱਪਰ ਕ੍ਰੋਸ ਕਰ ਗਈ ਹੈ। ਮੰਤਰੀ ਆਉਂਦੇ ਨੇ, ਜਿਹੜੇ ਬੋਲਦੇ ਨੇ ਜੀ ਆਪਾਂ ਤੁਹਾਨੂੰ 2 ਕਰੋੜ ਰੋਜ਼ਗਾਰ ਦੇਵਾਂਗੇ, 4 ਕਰੋੜ ਦੇਵਾਂਗੇ, ਕਿੱਦਾਂ ਦੇ ਪਾਣਗੇ? ਕਿਉਂਕਿ ਹੈ ਹੀ ਨਹੀਂ ਹੈ ਨਾ। ਜਿੰਨੇ ਰੋਜ਼ਗਾਰ ਦੇਣ ਦੀ ਗੱਲਾਂ ਕਰਦੇ ਆ ਉਹਦੇ ਤੋਂ ਜ਼ਿਆਦਾ ਤਾਂ ਪੋਪੂਲੇਸ਼ਨ ਡੇਲੀ ਬੇਸਿਸ ਦੇ ਉੱਪਰ ਪੈਦਾ ਹੋ ਰਹੀ ਹੈ। ਇੰਨੀ ਸਾਰੀ ਪੋਪੂਲੇਸ਼ਨ ਜਿਹੜੀ ਆਪਣੀ ਪੈਦਾ ਹੋ ਰਹੀ ਹੈ ਉਹਨੂੰ ਰੋਜ਼ਗਾਰ ਦੇਣਾ ਬਹੁਤ ਮੁਸ਼ਕਿਲ ਕੰਮ ਹੈ। ਔਰ ਡਾਇਰੈਕਟ ਸੈਲਿੰਗ ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਅਸੀਂ ਇੱਕ ਆਦਮੀ ਨੂੰ ਰੋਜ਼ਗਾਰ ਦਿੰਦੇ ਹਾਂ ਤਾਂ ਉਹ ਅੱਗੇ ਜਾ ਕੇ ਸੈਂਕੜਾ ਹਜ਼ਾਰਾਂ ਬੰਦੇ ਨੂੰ ਰੋਜ਼ਗਾਰ ਦਿੰਦਾ ਹੈ। ਅਗਰ ਮੈਂ ਇਹਨੂੰ ਘੱਟ ਸ਼ਬਦਾਂ 'ਚ ਗੱਲ ਕਰਾਂ ਤਾਂ ਇਹ ਡਾਇਰੈਕਟ ਸੈਲਿੰਗ ਇੰਡਸਟਰੀ ਰੋਜ਼ਗਾਰ ਕ੍ਰੀਏਟ ਕਰਦੀ ਹੈ, ਐਮਪਲੋਇਮੈਂਟ ਕ੍ਰੀਏਟ ਕਰਦੀ ਹੈ। ਸੋ ਅਗਰ ਮੇਰੀ ਤਾਂ ਅਪੀਲ ਹੈ, ਅਗਰ ਕੋਈ ਵੀ ਉੱਚੇ ਅਹੁਦੇ ਦਾ ਆਦਮੀ ਇਸ ਨੂੰ ਸੁਣ ਰਿਹਾ ਹੋਵੇ ਤਾਂ ਇਸ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾਵੇ ਇੰਡੀਆ ਦੇ ਵਿੱਚ, ਕਿਉਂਕਿ ਰੋਜ਼ਗਾਰ ਅਗਰ ਕੋਈ ਇੰਡਸਟਰੀ ਦੇ ਸਕਦੀ ਹੈ ਤਾਂ ਡਾਇਰੈਕਟ ਸੈਲਿੰਗ ਇੰਡਸਟਰੀ ਹੈ ਜੋ ਕਿ ਵੱਡੇ ਪੱਧਰ ਦੇ ਉੱਪਰ ਰੋਜ਼ਗਾਰ ਨੂੰ ਦੇ ਸਕਦੀ ਹੈ। ਇੱਕ ਜਿਵੇਂ ਕਹਿੰਦੇ ਆ ਸਰ ਵੀ ਇਹਦੇ ਵਿੱਚ ਤੁਹਾਡੀ ਇਨਵੈਸਟਮੈਂਟ ਨਹੀਂ, ਸਿਰਫ ਤੁਹਾਡੀ ਮਿਹਨਤ ਦੀ ਇਨਵੈਸਟਮੈਂਟ ਹੈ ਸਰ ਜੀ, ਉਹਦੇ ਬਾਰੇ ਕੀ ਕਹਿਣਾ? देखो बिल्कुल सही है ਤੁਹਾਡੀ ਗੱਲ ਹੈ ਕਿ ਇਹਦੇ 'ਚ ਇਨਵੈਸਟਮੈਂਟ ਨਹੀਂ ਹੈਗੀ ਹੈ। ਇਨਵੈਸਟਮੈਂਟ ਕਰਨਾ ਚਾਹੋ ਤਾਂ ਕਰ ਸਕਦੇ ਹੋ ਤੁਸੀਂ ਫਰੈਂਚਾਈਜ਼ੀਜ਼ ਵਗੈਰਾ ਲੈ ਕੇ। ਅਗਰ ਕੋਈ ਕੰਪਨੀ ਤੁਹਾਡੇ ਕੋਲ ਇਨਵੈਸਟਮੈਂਟ ਦੀ ਡਿਮਾਂਡ ਕਰਦੀ ਹੈ, ਗਵਰਨਮੈਂਟ ਦੀ ਗਾਈਡਲਾਈਨਸ ਕੀ ਕਹਿੰਦੀ ਹੈ ਕਿ ਤੁਹਾਨੂੰ ਜੁਆਇਨ ਕਰਨ ਲਈ ਤੁਹਾਨੂੰ ਕੋਈ ਇਨਵੈਸਟਮੈਂਟ ਕਰਨੀ ਪਏਗੀ, ਕੋਈ 15,000 ਦੀ ਕਿਟ, ਕੋਈ 5,000 ਦੀ ਕਿਟ ਹੈ, ਤਾਂ ਇਲੀਗਲ ਕਨਸੈਪਟ ਹੈਗਾ, ਉਹ ਗਾਈਡਲਾਈਨਸ ਦੇ ਅਗੇਂਸਟ ਹੈ। ਜੁਆਇਨਿੰਗ ਦੇ ਉੱਪਰ ਪੈਸਾ ਲੈਣਾ ਤੇ ਜੁਆਇਨਿੰਗ ਦੇ ਉੱਪਰ ਪੈਸਾ ਵੰਡਣਾ ਇਲੀਗਲ ਹੈ। ਤੁਹਾਡੇ ਵਿੱਚ ਤੁਹਾਡੇ ਕੋਲ ਪ੍ਰੋਡਕਟਸ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਜਿਹੜੇ ਰੇਟ ਹੈਗੇ ਆ ਉਹ ਅਫੋਰਡੇਬਲ ਹੋਣੇ ਚਾਹੀਦੇ ਆ। ਠੀਕ ਹੈ, ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਹੋਣੇ ਚਾਹੀਦੇ ਹੈਗੇ ਆ। ਔਰ ਤੁਸੀਂ ਉਹਦੇ 'ਚ ਪ੍ਰੋਡਕਟ ਸੇਲ ਕਰਕੇ ਤੁਹਾਨੂੰ ਇਨਸੈਂਟਿਵਸ ਆਉਣੇ ਚਾਹੀਦੇ ਜੋ ਕਿ ਇੱਕ ਜੈਨੂਇਨ ਕੰਮ ਹੈ। ਸੋ ਇਹਦੇ 'ਚ ਇਨਵੈਸਟਮੈਂਟ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਜਦੋਂ ਮੈਂ ਇਸ ਇੰਡਸਟਰੀ 'ਚ ਆਇਆ ਸੀ ਤਾਂ ਮੇਰੇ ਕੋਲ ਵੀ ਪੈਸਾ ਨਹੀਂ ਸੀਗਾ। ਮੈਂ ਮਿਹਨਤ ਕਰਕੇ ਟੀਮ ਬਣਾਈ ਔਰ ਉਹਦੇ ਵਿੱਚ ਮੈਂ ਆਪਣਾ ਅੱਗੇ ਜਾ ਕੇ ਕਰੀਅਰ ਸੈੱਟ ਕੀਤਾ। ਇੱਕ ਸਰ ਜਿਵੇਂ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਵੀ ਜਿਨ੍ਹਾਂ ਕੋਲੇ ਬੇਰੁਜ਼ਗਾਰੀ ਦੀ ਮਾਰ ਚੱਲ ਰਹੀ ਹੈ, ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਢਿੱਲੋਂ ਸਾਹਿਬ, ਮੈਂ ਸਪੈਸ਼ਲੀ ਗੱਲ ਕਰਾਂ ਨੌਜਵਾਨਾਂ ਦੇ ਵਾਸਤੇ, ਖਾਸ ਤੌਰ ਤੇ ਨੌਜਵਾਨਾਂ ਦੇ ਵਾਸਤੇ ਔਰ ਮਹਿਲਾਵਾਂ ਦੇ ਲਈ। ਅਗਰ ਆਪਾਂ ਵਰਲਡ ਵਾਈਡ ਗੱਲ ਕਰੀਏ ਤਾਂ 76% ਫੀਮੇਲਸ ਇਸ ਇੰਡਸਟਰੀ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰ ਰਹੀਆਂ। ਮਹਿਲਾਵਾਂ ਵੀ ਅੱਜ ਦੇ ਟਾਈਮ ਦੇ ਵਿੱਚ ਚਾਹੁੰਦੀਆਂ ਕਿ ਅਸੀਂ ਕੁਝ ਕਰੀਏ। ਸੋ ਇਹਨੂੰ ਪਾਰਟ ਟਾਈਮ ਫੁੱਲ ਟਾਈਮ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਸਕਦੇ ਹੋ, ਤੁਸੀਂ ਇਹਦੇ 'ਚ ਆਪਣੇ ਆਪ ਦੇ ਖੁਦ ਦੇ ਬੌਸ ਹੈਗੇ ਹੋ। ਔਰ ਨੌਜਵਾਨਾਂ ਦੀ ਮੈਂ ਗੱਲ ਕਰਾਂ ਤਾਂ ਮੇਰੇ ਦੋਸਤੋ, ਮੇਰੇ ਵੀਰੋ, ਅੱਜ ਪੰਜਾਬ ਦੇ ਵਿੱਚ ਨਾ ਬਹੁਤ ਬੁਰਾ ਹਾਲ ਹੋ ਚੁੱਕਿਆ। ਪੰਜਾਬ ਦੇ ਜਿਹੜੇ ਲੋਕ ਨੇ ਉਹ ਇੱਥੋਂ ਨਿਕਲ ਕੇ ਕੈਨੇਡਾ ਜਾਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਾ ਰਹੇ, ਜਦ ਕਿ ਉੱਥੇ ਜਾ ਕੇ ਇੰਨੀ ਮਿਹਨਤ ਕਰਦੇ ਆ। ਅਗਰ ਤੁਸੀਂ ਸਾਡੇ ਨਾਲ ਕਿਸੇ ਅੱਛੀ ਕੰਪਨੀ ਦੇ ਨਾਲ ਜੁੜ ਕੇ ਕੋਈ 1-ਅੱਧਾ ਸਾਲ ਮਿਹਨਤ ਕਰ ਲਓ, ਸਾਲ 1.5 ਸਾਲ ਅੱਛੀ ਮਿਹਨਤ ਕਰ ਦਿਓ ਤਾਂ ਤੁਸੀਂ ਇੱਥੇ ਹੀ ਅੱਛੀ ਇਨਕਮ ਲੈ ਸਕਦੇ ਹੋ। ਔਰ ਆਪਦਾ ਕੰਮ ਹੈ ਤੁਹਾਡਾ, ਤੁਸੀਂ ਕਿਸੇ ਦੇ ਕੋਈ ਬੌਸ, ਤੁਹਾਡਾ ਕੋਈ ਬੌਸ ਨਹੀਂ ਹੈ, ਤੁਸੀਂ ਕਿਸੇ ਨੂੰ ਰਿਪੋਰਟਿੰਗ ਨਹੀਂ ਦੇਣੀ ਹੈ। ਇਹਦੇ ਤੁਹਾਨੂੰ ਨੇਮ, ਫੇਮ, ਇੱਜ਼ਤ ਸਭ ਚੀਜ਼ਾਂ ਮਿਲਦੀਆਂ ਹੈਗੀਆਂ। ਸੋ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਇੱਕ ਅੱਛੀ ਨੈਟਵਰਕ ਮਾਰਕੀਟਿੰਗ ਇੰਡਸਟਰੀ ਨਾਲ ਅੱਜ ਜੁੜੋ ਔਰ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਕਰੀਅਰ ਬਣਾਓ। ਥੈਂਕ ਯੂ ਸਰ।